ਮਸਨੂਈ ਵਿਰਜਦਾਨ ਜਾਂ ਆਰਟੀਫਿਸ਼ੀਅਲ ਇਨਸੈਮੀਨੇਸ਼ਨ ਨਾਂ ਹੈ ਇੱਕ ਅਜਿਹੀ ਤਕਨੀਕ ਦਾ ਜੋ ਸਹਾਈ ਹੋਈ ਸਾਡੇ ਮੁਲਕ ਵਿੱਚ ਚਿੱਟਾ ਇਨਕਲਾਬ ਲਿਆਉਣ ਲਈ। ਸ਼ਾਇਦ ਅਸੀਂ ਡੇਅਰੀ ਫਾਰਮਿੰਗ ਦੀ ਦੁਨੀਆ ਵਿੱਚ ਕਈ ਦਹਾਕੇ ਪਿੱਛੇ ਹੁੰਦੇ ਜੇਕਰ ਇਸ ਤਕਨੀਕ ਦਾ ਵਿਕਾਸ ਨਾ ਹੋਇਆ ਹੁੰਦਾ। ਜਾਣਕਾਰ ਸੂਤਰਾਂ ਅਨੁਸਾਰ ਇਸ ਤਕਨੀਕ ਦੀ ਸ਼ੁਰੂਆਤ ਅਰਬ ਮੁਲਕ ਵਿੱਚ ਸਨ 1322 ਵਿੱਚ ਹੋਈ ਤੇ ਵਿਗਿਆਨਕ ਰੂਪ ਵਿੱਚ ਬਨਾਵਟੀ ਵੀਰਜਦਾਨ ਦਾ ਪ੍ਰਯੋਗ ਇਟਲੀ ਦੇ ਲੈਜਰੋ ਪਲੈਂਜਨੀ ਨਾਮਕ ਵਿਗਿਆਨੀ ਨੇ ਸਨ 1780 ਵਿੱਚ ਕੁੱਤੇ ਤੇ ਕੀਤਾ। ਉਹਨਾਂ ਦੱਸਿਆ ਕਿ ਪ੍ਰਜਨਨ ਦੀ ਸ਼ਕਤੀ ਵੀਰਜ ਦੇ ਤਰਲ ਭਾਗ ਵਿੱਚ ਨਾ ਹੋ ਕੇ ਸ਼ੁਕਰਾਣੂਆਂ ਵਿੱਚ ਹੁੰਦੀ ਹੈ। ਭਾਰਤ ਵਿੱਚ ਇਸ ਤਕਨੀਕ ਦਾ ਪ੍ਰਯੋਗ ਪਹਿਲੀ ਵਾਰ 1939 ਵਿੱਚ ਮੈਸੂਰ ਵਿਖੇ ਡਾਕਟਰ ਸੰਪਤ ਕੁਮਾਰਨ ਨੇ ਕੀਤਾ। 1952 ਤੱਕ ਇਹ ਤਕਨੀਕ ਸਿਰਫ ਸਰਕਾਰੀ ਫਾਰਮਾਂ ਜਾਂ ਸ਼ਹਿਰਾਂ ਤੱਕ ਹੀ ਸੀਮਿਤ ਰਹੀ, ਪਰ ਅੱਜ ਇਸ ਨੂੰ ਪਿੰਡ-ਪਿੰਡ ਵਿੱਚ ਪਹੁੰਚਾਇਆ ਜਾ ਚੁੱਕਾ ਹੈ। ਆਓ ਵੇਖਦੇ ਹਾਂ ਇਸ ਤਕਨੀਕ ਦੇ ਲਾਭ ਕੀ ਹਨ। ਇਸ ਢੰਗ ਨਾਲ ਚੰਗੀ ਨਸਲ ਦਾ ਵਿਸਥਾਰ ਬਹੁਤ ਤੇਜ਼ੀ ਨਾਲ ਕੀਤਾ ਜਾ ਸਕਦਾ ਹੈ। ਸਾਨ ਕਿੰਨੀ ਵੀ ਦੂਰ ਹੋਵੇ, ਵੀਰਜ ਲਿਆ ਕੇ ਗਾਂ ਜਾਂ ਮੱਝ ਨੂੰ ਆਸ ਕਰਵਾਇਆ ਜਾ ਸਕਦਾ ਹੈ। ਵਿਦੇਸ਼ਾਂ ਤੋਂ ਸਾਨ ਲਿਆਉਣ ਦੀ ਤੁਲਨਾ ਵਿੱਚ ਵੀਰਜ ਲਿਆਉਣਾ ਫਾਇਦੇਮੰਦ ਰਹਿੰਦਾ ਹੈ। ਥੋੜੇ ਸਮੇਂ ਵਿੱਚ ਜ਼ਿਆਦਾ ਬੱਚੇ ਮਿਲਣ ਕਰਕੇ ਸਾਨ ਨੂੰ ਛੇਤੀ ਪਰਖਿਆ ਜਾ ਸਕਦਾ ਹੈ। ਇਸ ਢੰਗ ਨਾਲ ਕਾਫੀ ਹੱਦ ਤੱਕ ਯੌਨ ਰੋਗਾਂ ਨੂੰ ਫੈਲਣ ਤੋਂ ਬਚਾਇਆ ਜਾ ਸਕਦਾ ਹੈ। ਸਰੀਰਕ ਮਾਪ ਦੇ ਫਰਕ ਵਾਲੇ ਜਾਨਵਰ ਜੋ ਆਪਸ ਵਿੱਚ ਕੁਦਰਤੀ ਢੰਗ ਨਾਲ ਮਿਲਾਪ ਨਹੀਂ ਕਰ ਸਕਦੇ, ਇਸ ਵਿਧੀ ਰਾਹੀਂ ਆਸ ਕਰਵਾਇਆ ਜਾ ਸਕਦਾ ਹੈ। ਪਸ਼ੂਆਂ ਦੀ ਘੱਟ ਗਿਣਤੀ ਵਾਲੇ ਕਿਸਾਨ ਜੋ ਸਾਨ ਨਹੀਂ ਰੱਖ ਸਕਦੇ, ਉਹਨਾਂ ਨੂੰ ਵੀ ਚੰਗੀਆਂ ਸਾਨਾਂ ਦੀ ਸਹੂਲਤ ਪ੍ਰਾਪਤ ਹੋ ਜਾਂਦੀ ਹੈ। ਕੁਦਰਤੀ ਢੰਗ ਨਾਲੋਂ ਘੱਟ ਸਮਾਂ ਲੱਗਦਾ ਹੈ ਤੇ ਮਾਲਕ ਨੂੰ ਚੰਗੇ ਸਾਨ ਦੀ ਭਾਲ ਵਿੱਚ ਇੱਧਰ ਉੱਧਰ ਭਟਕਣਾ ਨਹੀਂ ਪੈਂਦਾ। ਥੋੜੇ ਸਾਨਾਂ ਦੀ ਲੋੜ ਹੋਣ ਕਰਕੇ ਇਹ ਵਿਧੀ ਘੱਟ ਖਰਚੀਲੀ ਹੈ। ਇਸ ਤਕਨੀਕ ਦੇ ਦੋ ਭਾਗ ਹਨ। ਪਹਿਲਾ ਹੈ ਵੀਰਜ ਦਾ ਸੰਕਲਨ ਤੇ ਸੰਭਾਲ ਕਰਨਾ ਤੇ ਦੂਸਰਾ ਹੈ ਗਰਮੀ ਵਿੱਚ ਆਈ ਮਾਦਾ ਨੂੰ ਵੀਰਜਦਾਨ ਕਰਨਾ। ਮਸਨੂਈ ਵੀਰਜਦਾਨ ਦੇ ਫਾਇਦਿਆਂ ਨੂੰ ਵੇਖਦਿਆਂ ਹੋਇਆਂ ਇਸ ਨੂੰ ਵਿਕਸਿਤ ਕਰਨ ਲਈ ਕੋਸ਼ਿਸ਼ਾਂ ਚੱਲਦੀਆਂ ਰਹੀਆਂ, ਪਰ ਸ਼ੁਰੂਆਤੀ ਦੌਰ ਵਿੱਚ ਇਹ ਜ਼ਿਆਦਾ ਸੁਰੱਖਿਅਤ ਨਹੀਂ ਸੀ। ਵੀਰਜ ਦਾ ਸੰਕਲਨ ਗਊ ਦੀ ਯੋਨੀ ਵਿੱਚ ਸਪੰਜ ਜਾਂ ਗੇਂਦਨੁਮਾ ਔਜ਼ਾਰ ਰੱਖ ਕੇ ਕੁਦਰਤੀ ਮਿਲਾਨ ਤੋਂ ਬਾਅਦ ਕੀਤਾ ਜਾਂਦਾ ਸੀ, ਜਿਸ ਨਾਲ ਸੰਕਰਾਮਕ ਰੋਗ ਵੀ ਇੱਕ ਪਸ਼ੂ ਤੋਂ ਦੂਜੇ ਪਸ਼ੂ ਵੱਲ ਜਾ ਸਕਦੇ ਸਨ। ਇਸ ਤੋਂ ਬਾਅਦ ਐਂਪਿਊਲਾ ਦੀ ਮਾਲਿਸ਼ ਕਰਕੇ ਜਾਂ ਬਿਜਲੀ ਦੇ ਹਲਕੇ ਝਟਕੇ ਨਾਲ ਵੀ ਵੀਰਜ ਲਿਆ ਜਾਣ ਲੱਗਾ, ਪਰ ਸਭ ਤੋਂ ਵੱਧ ਸੁਰੱਖਿਅਤ ਤੇ ਆਸਾਨ ਢੰਗ ਸਾਬਤ ਹੋਇਆ ਏਵੀ ਜਾਂ ਬਨਾਵਟੀ ਯੋਨੀ ਨਾਲ ਵੀਰਜ ਦਾ ਸੰਕਲਨ ਕਰਨਾ। ਇਹ ਅੱਜ ਦਾ ਵਿਕਸਿਤ ਤੇ ਪ੍ਰਚਲਿਤ ਢੰਗ ਹੈ। ਇਹ ਵੀ ਸਖਤ ਰਬੜ ਦੀ ਇੱਕ ਨਾਲੀ ਹੁੰਦੀ ਹੈ ਜਿਸ ਨੂੰ ਇਨਰ ਲਾਈਨਿੰਗ, ਰਬੜ ਕੋਨ ਤੇ ਟੈਸਟ ਟਿਊਬ ਦੀ ਮਦਦ ਨਾਲ ਤਿਆਰ ਕੀਤਾ ਜਾਂਦਾ ਹੈ। ਇਸ ਦੇ ਇੱਕ ਸਾਈਡ ਤੇ ਲੱਗੇ ਵਾਲ ਤੋਂ ਗਰਮ ਪਾਣੀ 41 ਡਿਗਰੀ ਸੈਂਟੀਗ੍ਰੇਡ ਪਾਇਆ ਜਾਂਦਾ ਹੈ ਤੇ ਹਵਾ ਭਰੀ ਜਾਂਦੀ ਹੈ। ਏਵੀ ਨੂੰ ਚਿਕਨਾਈ ਦੇਣ ਲਈ ਕੁਝ ਵੈਸਲੀਨ ਲਗਾਈ ਜਾਂਦੀ ਹੈ ਤਾਂ ਜੋ ਸਾਹ ਨੂੰ ਕੁਦਰਤੀ ਮਿਲਾਨ ਦਾ ਅਹਿਸਾਸ ਹੋਵੇ। ਟੈਸਟ ਟਿਊਬ ਨੂੰ ਅਪਾਰਦਰਸ਼ੀ ਕੱਪੜੇ ਜਾਂ ਕਾਗਜ਼ ਨਾਲ ਢੱਕਿਆ ਜਾਂਦਾ ਹੈ ਤਾਂ ਜੋ ਸੂਰਜ ਦੀ ਸਿੱਧੀ ਰੋਸ਼ਨੀ ਉਸ ਉੱਪਰ ਨਾ ਪਵੇ। ਇਸ ਤਕਨੀਕ ਦੇ ਅੱਗੋਂ ਦੋ ਭਾਗ ਹਨ। ਪਹਿਲਾ ਹੈ ਤਰਲ ਵੀਰਜ ਜਾਂ ਡਿਲਿਊਟ ਸੀਮਨ ਤਕਨੀਕ ਤੇ ਦੂਜਾ ਹੈ ਹਿਮੀਕ੍ਰਿਤ ਵੀਰਜ ਜਾਂ ਫਰੋਜ਼ਨ ਸੀਮਨ ਤਕਨੀਕ। ਇਸ ਤਕਨੀਕ ਦੇ ਸ਼ੁਰੂ ਹੋਣ ਤੋਂ ਇੱਕ ਲੰਬਾ ਸਮਾਂ ਬਾਅਦ ਤੱਕ ਡਿਲਿਊਟ ਸੀਮਨ ਤਕਨੀਕ ਹੀ ਚੱਲਦੀ ਰਹੀ। ਇਸ ਵਿਧੀ ਵਿੱਚ AI ਸੈਂਟਰਾਂ ਵਿੱਚ
ਸਾਨ ਰੱਖੇ ਜਾਂਦੇ ਹਨ ਤੇ ਉਹਨਾਂ ਦਾ ਵੀਰਾ ਹੀ ਲੈ ਕੇ ਮਾਈਕਰੋਸਕੋਪ ਤੇ ਪਰਖਣ ਤੋਂ ਬਾਅਦ ਉਸ ਦੀ ਗੁਣਵੱਤਾ ਦੇ ਆਧਾਰ ਤੇ ਉਸ ਵਿੱਚ ਡਾਇਲੂਟ ਮਿਲਾ ਲਿਆ ਜਾਂਦਾ ਹੈ ਤੇ ਫਿਰ ਇਸ ਨੂੰ ਬਰਫ਼ ਦੇ ਬਕਸਿਆਂ ਵਿੱਚ ਰੱਖ ਕੇ ਛੋਟੇ AI ਸੈਂਟਰਾਂ ਨੂੰ ਭੇਜਿਆ ਜਾਂਦਾ ਹੈ। ਇਸ ਦੀ ਵਰਤੋਂ ਸਿਰਫ 2 ਜਾਂ 3 ਦਿਨ ਤੱਕ ਹੀ ਕੀਤੀ ਜਾ ਸਕਦੀ ਹੈ। ਆਓ ਵੇਖਦੇ ਹਾਂ ਵੀਰਜ ਨੂੰ ਡਾਇਲੂਟ ਵਿੱਚ ਮਿਲਾਉਣ ਦੀ ਲੋੜ ਕਿਉਂ ਹੁੰਦੀ ਹੈ। ਸ਼ੁੱਧ ਵੀਰਜ ਸਿਰਫ 4-5 ਘੰਟੇ ਹੀ ਜਿਉਂਦਾ ਰਹਿੰਦਾ ਹੈ, ਜਦੋਂ ਕਿ ਡਾਇਲੂਟ ਵਿੱਚ ਮਿਲਾਉਣ ਨਾਲ ਇਹ 3-4 ਦਿਨ ਤੱਕ ਠੀਕ ਰਹਿ ਸਕਦਾ ਹੈ। ਸ਼ੁਕਰਾਣੂਆਂ ਨੂੰ ਭੋਜਨ ਤੇ ਤਾਕਤ ਦਿੰਦਾ ਹੈ। ਵੀਰਜ ਦਾ pH ਇੱਕ ਜਿਹਾ ਰੱਖਦਾ ਹੈ, ਕੀਟਾਣੂਆਂ ਦੇ ਵਾਧੇ ਨੂੰ ਰੋਕਦਾ ਹੈ ਤੇ ਵੀਰਜ ਦੀ ਮਾਤਰਾ ਨੂੰ ਵਧਾਉਂਦਾ ਹੈ। ਸ਼ੁਰੂਆਤੀ ਦੌਰ ਵਿੱਚ ਕਈ ਤਰ੍ਹਾਂ ਦੇ ਤਰਲ ਵੀਰਜ ਦੀ ਮਿਕਦਾਰ ਨੂੰ ਵਧਾਉਣ ਲਈ ਅਜਮਾਏ ਗਏ, ਜਿਵੇਂ ਕਿ ਦੁੱਧ ਜਾਂ ਨਾਰੀਅਲ ਦੇ ਦੁੱਧ ਦਾ ਘੋਲ, ਪਰ ਜੋ ਸਭ ਤੋਂ ਜ਼ਿਆਦਾ ਕਾਮਯਾਬ ਤੇ ਪ੍ਰਚਲਿਤ ਹੋਇਆ ਉਹ ਸੀ ਐਗ ਯੋਕ ਸਿਟਰੇਟ। ਆਓ ਵੇਖਦੇ ਹਾਂ ਐਗ ਯੋਕ ਸਿਟਰੇਟ ਲਈ ਫਾਰਮੂਲਾ ਕੀ ਹੈ। ਸਭ ਤੋਂ ਪਹਿਲਾਂ ਹੈ ਸੋਡੀਅਮ ਸਾਈਟਰੇਟ AR ਦਾ 2.9% ਕਸ਼ੀਦੇ ਪਾਣੀ ਦਾ ਘੋਲ 75 ml, ਆਂਡੇ ਦੀ ਤਾਜ਼ੀ ਜਰਦੀ 25 ml, ਬੈਂਜ਼ਾਈਲ ਪੈਂਸਲੀਨ 500 ਤੋਂ 1000 ਯੂਨਿਟ ਪ੍ਰਤੀ ml ਤੇ ਸਟ੍ਰੈਪਟੋਮਾਈਸਿਨ ਸਲਫੇਟ 500 ਤੋਂ 1000 ਮਾਈਕਰੋਗ੍ਰਾਮ ਪ੍ਰਤੀ ml। ਅੱਗੋਂ ਵਾਰੀ ਆਉਂਦੀ ਹੈ ਹਿਮੀਕ੍ਰਿਤ ਵੀਰਜ ਜਾਂ ਫਰੋਜ਼ਨ ਸੀਮਨ ਤਕਨੀਕ ਦੀ। ਇਹ ਤਕਨੀਕ ਤਰਲ ਵੀਰਜ ਤਕਨੀਕ ਦਾ ਹੀ ਇੱਕ ਵਿਕਸਿਤ ਰੂਪ ਹੈ। ਆਓ ਜਾਣਦੇ ਹਾਂ ਇਸ ਤਕਨੀਕ ਦੇ ਫਾਇਦਿਆਂ ਬਾਰੇ। ਇਸ ਢੰਗ ਨਾਲ ਵੀਰਜ ਨੂੰ 100% ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ। ਇਸ ਵਿਧੀ ਵਿੱਚ ਸ਼ੁਕਰਾਣੂਆਂ ਦੀ ਉਮਰ ਨਾ ਵਧਣ ਕਰਕੇ ਵੀਰਜ ਖਰਾਬ ਨਹੀਂ ਹੁੰਦਾ। ਇਸ ਦੀ ਢੋਆ ਢੁਆਈ ਤੇ ਖਰਚ ਬਹੁਤ ਘੱਟ ਹੁੰਦਾ ਹੈ ਤੇ ਵੱਖ-ਵੱਖ ਨਸਲਾਂ ਦੇ ਵੀਰਜ ਨੂੰ ਇੱਕੋ ਹੀ ਕ੍ਰਾਇਓਕੈਨ ਵਿੱਚ ਲਿਆ ਸਕਦੇ ਹਾਂ। ਅਸੀਂ ਆਪਣੇ ਪਸੰਦ ਦੇ ਸਾਨ ਦੇ ਵੀਰਜ ਦੀ ਵਰਤੋਂ ਕਰ ਸਕਦੇ ਹਾਂ। ਇਸ ਢੰਗ ਨਾਲ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚੋਂ ਚੁਣੇ ਹੋਏ ਸਾਨਾਂ ਦਾ ਵੀਰਜ ਲਿਆ ਸਕਦੇ ਹਾਂ ਤੇ ਸਾਨ ਦੇ ਮਰਨ ਤੋਂ ਬਾਅਦ ਵੀ ਉਸ ਦੀ ਔਲਾਦ ਪੈਦਾ ਕੀਤੀ ਜਾ ਸਕਦੀ ਹੈ। ਆਓ ਵੇਖਦੇ ਹਾਂ ਹਿਮੀਕ੍ਰਿਤ ਵੀਰਜ ਇਕੱਠਾ ਕਰਨ ਤੋਂ ਲੈ ਕੇ ਸਟੋਰ ਕਰਨ ਤੱਕ ਕਿਹੜੇ-ਕਿਹੜੇ ਪੜਾਵਾਂ ਵਿੱਚੋਂ ਲੰਘਦਾ ਹੈ। ਵੀਰਜ ਲੈਣ ਤੋਂ ਛੇਤੀ ਹੀ ਬਾਅਦ ਪਹੁੰਚਾਇਆ ਜਾਂਦਾ ਹੈ ਪ੍ਰਯੋਗਸ਼ਾਲਾ ਵਿੱਚ, ਜਿੱਥੇ ਇਸ ਦੀ ਜਾਂਚ ਕੀਤੀ ਜਾਂਦੀ ਹੈ IMV ਫੋਟੋਮੀਟਰ ਤੇ। ਇਹ ਇੱਕ ਆਧੁਨਿਕ ਕਿਸਮ ਦਾ ਮਾਈਕਰੋਸਕੋਪ ਹੈ ਜੋ ਦੱਸਦਾ ਹੈ ਕਿ ਇਸ ਨੂੰ ਤਰਲ ਨਾਲ ਕਿੰਨੇ ਗੁਣਾ ਵਧਾਇਆ ਜਾ ਸਕਦਾ ਹੈ। ਫਿਰ ਇਸ ਨੂੰ ਭੇਜਿਆ ਜਾਂਦਾ ਹੈ ਵਾਟਰ ਬਾਥ ਤੇ, ਜਿੱਥੇ ਡਾਇਲੂਸ਼ਨ ਦਾ ਕੰਮ ਕੀਤਾ ਜਾਂਦਾ ਹੈ। ਵਾਟਰ ਬਾਥ ਕੰਮ ਕਰਦਾ ਹੈ ਤਰਲ ਤੇ ਵੀਰਜ ਨੂੰ ਇੱਕੋ ਹੀ ਤਾਪਮਾਨ ਤੇ ਰੱਖਣ ਦਾ। ਇਸ ਦਾ ਤਾਪਮਾਨ 34 ਡਿਗਰੀ ਸੈਂਟੀਗ੍ਰੇਡ ਹੁੰਦਾ ਹੈ। ਇਹ ਸਾਰਾ ਕੰਮ ਲੈਮੀਨਾਰ ਫਲੋ ਅੰਦਰ ਕੀਤਾ ਜਾਂਦਾ ਹੈ, ਜੋ ਇੱਕ ਕੀਟਾਣੂ ਮੁਕਤ ਵਾਤਾਵਰਨ ਹੁੰਦਾ ਹੈ। ਵੀਰਜ ਨੂੰ ਹਿਮੀਕ੍ਰਿਤ ਕਰਨ ਲਈ ਐਗ ਯੋਕ ਸਿਟਰੇਟ ਵਿੱਚ ਗਲਿਸਰੋਲ ਦੀ ਵਰਤੋਂ ਕੀਤੀ ਜਾਂਦੀ ਹੈ, ਜਦੋਂ ਕਿ
ਨਵੇਂ ਫਾਰਮੂਲੇ ਅਨੁਸਾਰ ਇਸ ਨੂੰ ਟ੍ਰਿਸ ਬਫਰ, ਐਗ ਯੋਕ, ਫਰਕਟੋਜ਼ ਤੇ ਗਲਿਸਰੋਲ ਦੀ ਮਦਦ ਨਾਲ ਤਿਆਰ ਕੀਤਾ ਜਾਂਦਾ ਹੈ। ਬੈਂਜ਼ਾਈਲ ਪੈਨਸਲਿਨ ਤੇ ਸਟ੍ਰੈਪਟੋਮਾਈਸਿਨ ਐਗ ਯੋਕ ਸਿਟਰੇਟ ਵਾਂਗ ਹੀ ਮਿਲਾਏ ਜਾਂਦੇ ਹਨ। ਇਸ ਤੋਂ ਬਾਅਦ ਇਸ ਨੂੰ ਭੇਜਿਆ ਜਾਂਦਾ ਹੈ ਐਟੋਮੈਟਿਕ ਫਿਲਿੰਗ ਐਂਡ ਸੀਲਿੰਗ ਮਸ਼ੀਨ ਤੇ, ਜੋ ਅੱਧਾ ml ਦੇ ਸਟਰਾਪ ਭਰ ਕੇ ਆਪਣੇ ਆਪ ਸੀਲ ਕਰ ਦਿੰਦੀ ਹੈ। ਸਟਰਾ ਦੇ ਰੂੰ ਦੇ ਪਲੱਗ ਵਾਲੇ ਪਾਸੇ ਨੂੰ ਫੈਕਟਰੀ ਪਲੱਗ ਤੇ ਉੱਪਰਲੀ ਸੀਲ ਨੂੰ ਲੈਬੋਰਟਰੀ ਸੀਲ ਕਿਹਾ ਜਾਂਦਾ ਹੈ। ਅਗਲਾ ਕੰਮ ਹੈ ਪ੍ਰਿੰਟਿੰਗ ਮਸ਼ੀਨ ਦਾ। ਇੱਥੇ ਸਟਰਾ ਤੇ ਸੰਸਥਾ ਦਾ ਨਾਂ, ਮਹੀਨਾ, ਸਾਲ ਤੇ ਸਾਲ ਦਾ ਨੰਬਰ ਪ੍ਰਿੰਟ ਕਰ ਦਿੱਤਾ ਜਾਂਦਾ ਹੈ। ਪ੍ਰਿੰਟਿੰਗ ਤੋਂ ਬਾਅਦ ਸਟਰਾ ਪਹੁੰਚਾਏ ਜਾਂਦੇ ਹਨ ਕੂਲਿੰਗ ਯੂਨਿਟ ਵਿੱਚ, ਜਿੱਥੇ ਤਾਪਮਾਨ 4 ਡਿਗਰੀ ਸੈਂਟੀਗ੍ਰੇਡ ਹੁੰਦਾ ਹੈ। ਇਸ ਵਿੱਚ ਇਹਨਾਂ ਨੂੰ 4 ਤੋਂ 5 ਘੰਟੇ ਰੱਖਿਆ ਜਾਂਦਾ ਹੈ। ਇਸ ਦੌਰਾਨ ਰੈਕਿੰਗ ਅਤੇ ਗਿਣਤੀ ਦਾ ਕੰਮ ਪੂਰਾ ਕਰ ਲਿਆ ਜਾਂਦਾ ਹੈ। ਅੱਗੋਂ ਇਸ ਨੂੰ ਲਿਜਾਇਆ ਜਾਂਦਾ ਹੈ ਲਿਕੁਇਡ ਨਾਈਟ੍ਰੋਜਨ ਦੇ ਕ੍ਰਾਇਓਕੈਨਾਂ ਵਿੱਚ, ਜਿੱਥੇ ਇਹਨਾਂ ਨੂੰ Ln2 ਦੀ ਭਾਫ ਵਿੱਚ ਲਿਕੁਇਡ ਨਾਈਟ੍ਰੋਜਨ ਤੋਂ 4 ਸੈਂਟੀਮੀਟਰ ਉੱਪਰ ਰੱਖਿਆ ਜਾਂਦਾ ਹੈ। ਇੱਥੇ ਇਹਨਾਂ ਦਾ ਤਾਪਮਾਨ -140 ਡਿਗਰੀ ਸੈਂਟੀਗ੍ਰੇਡ ਆ ਜਾਂਦਾ ਹੈ। ਇੱਥੇ ਇਸ ਨੂੰ 10 ਮਿੰਟਾਂ ਵਾਸਤੇ ਰੱਖਿਆ ਜਾਂਦਾ ਹੈ। -140 ਡਿਗਰੀ ਸੈਂਟੀਗ੍ਰੇਡ ਤਾਪਮਾਨ ਤੋਂ ਬਾਅਦ ਇਸ ਨੂੰ ਡੋਬ ਦਿੱਤਾ ਜਾਂਦਾ ਹੈ ਲਿਕੁਇਡ ਨਾਈਟ੍ਰੋਜਨ ਵਿੱਚ, ਜਿਸ ਦਾ ਤਾਪਮਾਨ -196 ਡਿਗਰੀ ਸੈਂਟੀਗ੍ਰੇਡ ਹੁੰਦਾ ਹੈ। ਇਸ ਤਾਪਮਾਨ ਵਿੱਚ ਇਸ ਨੂੰ ਸਾਲਾਂ ਬੱਧੀ ਸਟੋਰ ਕੀਤਾ ਜਾ ਸਕਦਾ ਹੈ। ਹਰ ਨਵੇਂ ਪੜਾਅ ਤੇ ਪਹੁੰਚਣ ਤੋਂ ਬਾਅਦ ਇਸ ਨੂੰ ਪਰਖਿਆ ਜਾਂਦਾ ਹੈ ਤਾਂ ਜੋ ਕਿਸੇ ਵੀ ਤਕਨੀਕੀ ਖਰਾਬੀ ਕਾਰਨ ਵੀਰਜ ਖਰਾਬ ਨਾ ਹੋਵੇ। ਇੱਕ ਸਟਰਾ ਵਿੱਚ 2 ਤੋਂ 2.5 ਕਰੋੜ ਸ਼ੁਕਰਾਣੂ ਦਿੱਤੇ ਜਾਂਦੇ ਹਨ। 1 ਕਰੋੜ ਤੋਂ ਘੱਟ ਸ਼ੁਕਰਾਣੂਆਂ ਵਾਲਾ ਵੀਰਜ ਪਸ਼ੂ ਨੂੰ ਆਸ ਕਰਨ ਯੋਗ ਨਹੀਂ ਮੰਨਿਆ ਜਾਂਦਾ। ਸ਼ੁਕਰਾਣੂਆਂ ਦੀ ਗਿਣਤੀ ਖਾਸ ਤਰ੍ਹਾਂ ਦੀ ਸਲਾਈਡ ਲਗਾ ਕੇ ਮਾਈਕਰੋਸਕੋਪ ਨਾਲ ਕੀਤੀ ਜਾਂਦੀ ਹੈ। ਲੈਬੋਰਟਰੀ ਵਿੱਚ ਆਖਰੀ ਪੜਾਅ ਤੇ ਪਰਖਣ ਤੋਂ ਬਾਅਦ ਇਸ ਨੂੰ ਕ੍ਰਾਇਓਕੈਨਾਂ ਵਿੱਚ ਪਾ ਕੇ ਭੇਜਿਆ ਜਾਂਦਾ ਹੈ AI ਸੈਂਟਰਾਂ ਨੂੰ। ਅੱਗੋਂ ਵਾਰੀ ਆਉਂਦੀ ਹੈ ਮਸਨੂਈ ਵੀਰਜਦਾਨ ਦੀ। ਮਾਦਾ ਪਸ਼ੂ ਦੇ ਜਨਨ ਅੰਗਾਂ ਦੀ ਜਾਣਕਾਰੀ ਦੇ ਬਿਨਾਂ ਇਹ ਕੰਮ ਅਸੰਭਵ ਹੈ। ਆਓ ਜਾਣਕਾਰੀ ਪ੍ਰਾਪਤ ਕਰਦੇ ਹਾਂ ਮਾਦਾ ਦੇ ਜਨਨ ਅੰਗਾਂ ਬਾਰੇ। ਸਭ ਤੋਂ ਪਹਿਲਾਂ ਹੈ ਯੋਨੀ ਮੁਖ, ਵਾਲਵਾ। दूसरा है योनिलिंग ਜਾਂ ਕਲਾਈਟੋਰਿਸ। ਇਹ ਮਾਦਾ ਨੂੰ ਉਤੇਜਿਤ ਕਰਦਾ ਹੈ। ਤੀਸਰਾ ਹੈ ਯੋਨੀ ਜਾਂ ਵਜਾਈਨਾ। ਅੱਗੇ ਹੈ ਬੱਚੇਦਾਨੀ, ਯੂਟਰਸ। ਬੱਚਾ ਆਪਣਾ ਗਰਭ ਕਾਲ ਇਸ ਵਿੱਚ ਪੂਰਾ ਕਰਦਾ ਹੈ। ਅੱਗੋਂ ਬੱਚੇਦਾਨੀ ਦੇ ਭਾਗ ਹਨ ਬੱਚੇਦਾਨੀ ਦਾ ਮੂੰਹ, ਓਸ ਆਫ ਯੂਟਰਸ। ਅੱਗੇ ਹੈ ਸਰਵਿਕਸ। ਬੱਚੇਦਾਨੀ ਦਾ ਸਰੀਰ, ਬਾਡੀ ਆਫ ਯੂਟਰਸ। ਬੱਚੇਦਾਨੀ ਦੇ ਸਿੰਗ, ਹਾਰਨ ਆਫ ਯੂਟਰਸ। ਅੱਗੋਂ ਹੈ ਰਜਵਾਹਿਨੀ, ਫੈਲੋਪੀਅਨ ਟਿਊਬ। ਓਵਾ ਅਰਥਾਤ ਆਂਡੇ ਨੂੰ ਓਵਰੀ ਤੋਂ ਯੂਟਰਸ ਹਾਰਨ ਵੱਲ ਪਹੁੰਚਾਉਂਦੀ ਹੈ। ਅੱਗੇ ਹੈ ਡਿੰਬਾਸ਼य ਜਾਂ ਓਵਰੀ। ਓਵਾ
ਅਤੇ ਤਿੰਨ ਹਾਰਮੋਨ ਪੈਦਾ ਕਰਦੀ ਹੈ। ਪਹਿਲਾ ਹੈ ਈਸਟ੍ਰੋਜਨ, ਮਾਦਾ ਨੂੰ ਗਰਮੀ ਵਿੱਚ ਲਿਆਉਂਦਾ ਹੈ। ਦੂਸਰਾ ਹੈ ਪ੍ਰੋਜੈਸਟਰੋਨ, ਗਰਭ ਨੂੰ ਸੁਰੱਖਿਆ ਪ੍ਰਦਾਨ ਕਰਦਾ ਹੈ। ਤੀਸਰਾ ਹੈ ਰਿਲੈਕਸੇਸ਼ਨ ਹਾਰਮੋਨ, ਬੱਚੇ ਦੇ ਜਨਮ ਸਮੇਂ ਜਨਨ ਅੰਗਾਂ ਨੂੰ ਢਿੱਲਾ ਕਰਕੇ ਬੱਚੇ ਦੇ ਜਨਮ ਨੂੰ ਆਸਾਨ ਬਣਾਉਂਦਾ ਹੈ। ਅੱਗੇ ਹੈ ਓਵਾ ਅਰਥਾਤ ਆਂਡਾ, ਜੋ ਸ਼ੁਕਰਾਣੂ ਨਾਲ ਮਿਲ ਕੇ ਨਵੇਂ ਜੀਵ ਦੀ ਉਤਪत्ति ਕਰਦਾ ਹੈ। ਓਵਰੀ ਤੋਂ ਓਵਾ ਪੈਣ ਤੋਂ ਬਾਅਦ ਇਸ ਦੀ ਉਮਰ ਲਗਭਗ 20 ਘੰਟੇ ਹੁੰਦੀ ਹੈ। ਵਿਖਾਇਆ ਜਾ ਰਿਹਾ ਮਾਡਲ ਦਰਸਾਉਂਦਾ ਹੈ ਕਿ ਮਾਤਾ ਦੇ ਜਨਨ ਅੰਗ ਸਰੀਰ ਵਿੱਚ ਕਿਸ ਤਰ੍ਹਾਂ ਮਹਿਸੂਸ ਹੁੰਦੇ ਹਨ। ਸ਼ੁਰੂਆਤੀ ਦੌਰ ਵਿੱਚ ਮਸਨੂਈ ਵੀਰਜਦਾਨ ਸਪੈਕੂਲਮ ਦੀ ਮਦਦ ਨਾਲ ਕੀਤਾ ਜਾਂਦਾ ਸੀ, ਜਿਸ ਦੀਆਂ ਆਪਣੀਆਂ ਹੀ ਕੁਝ ਸਮੱਸਿਆਵਾਂ ਸਨ। ਅੱਜ ਦੇ ਵਿਕਸਿਤ ਢੰਗ ਵਿੱਚ ਗੁਦਾ ਵਿੱਚ ਹੱਥ ਪਾ ਕੇ ਸਰਵਕਸ ਨੂੰ ਪਕੜ ਲਿਆ ਜਾਂਦਾ ਹੈ ਤੇ ਯੋਨੀ ਮਾਰਗ ਤੋਂ ਕੱਚ ਦੀ ਨਾਲੀ ਜਾਂ AI ਗਨ ਨਾਲ ਵੀਰਜ ਨੂੰ ਬੱਚੇਦਾਨੀ ਦੇ ਅੱਧ ਤੱਕ ਪਹੁੰਚਾਇਆ ਜਾਂਦਾ ਹੈ। ਪਸ਼ੂ ਦੇ ਥੇਕ ਦਾ ਅੱਧ ਮਸਨੂਈ ਵੀਰਜਦਾਨ ਦਾ ਚੰਗਾ ਸਮਾਂ ਹੈ। ਵੀਰਜਦਾਨ ਕਰਨ ਤੋਂ ਬਾਅਦ ਸ਼ੁਕਰਾਣੂਆਂ ਦੀ ਉਮਰ ਬੱਚੇਦਾਨੀ ਵਿੱਚ 25 ਤੋਂ 30 ਘੰਟੇ ਹੁੰਦੀ ਹੈ। ਫਰੋਜ਼ਨ ਅਰਥਾਤ ਥਿਮੀਕ੍ਰਿਤ ਵੀਰਜ ਨੂੰ ਵਰਤਣ ਤੋਂ ਪਹਿਲਾਂ ਸਟਰਾ ਨੂੰ ਕ੍ਰਾਇਓਕੈਨ ਵਿੱਚੋਂ ਕੱਢ ਕੇ 34 ਡਿਗਰੀ ਸੈਂਟੀਗ੍ਰੇਡ ਗਰਮ ਪਾਣੀ ਵਿੱਚ ਡੁਬੋਇਆ ਜਾਂਦਾ ਹੈ, ਤਾਂ ਜੋ ਵੀਰਜ ਆਪਣੀ ਤਰਲ ਹਾਲਤ ਵਿੱਚ ਆ ਜਾਵੇ। ਇਸ ਤਕਨੀਕ ਨਾਲ ਸਾਨੂੰ ਮਿਲਦੇ ਹਨ ਗਊਆਂ ਤੇ ਮੱਝਾਂ ਤੋਂ ਚੰਗੇ ਵੰਸ਼ਕੀ ਗੁਣਾਂ ਵਾਲੇ ਬੱਚੇ, ਜੋ ਵੱਡੇ ਹੋ ਕੇ ਬਣਦੇ ਹਨ ਚੰਗੀ ਨਸਲ ਦੇ ਸਾਨ, ਝੋਟੇ ਤੇ ਦੁੱਧ ਦੇ ਹੜ ਵਗਾਉਣ ਵਾਲੀਆਂ ਮੱਝਾਂ ਤੇ ਗਾਈਆਂ।